TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਮਿਸਰ ਦੀ ਰਾਜਧਾਨੀ ਵਿੱਚ ਇੱਕ ਚਰਚ ਵਿੱਚ ਲੱਗੀ ਭਿਆਨਕ ਅੱਗ, 41 ਮੌਤਾਂ, 55 ਜ਼ਖਮੀ। ਮੂਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਨੇ ਆਪਣੇ ਪੁੱਤਰ ਦੇ ਕਾਤਲਾਂ ਬਾਰੇ ਕੀਤੇ ਅਹਿਮ ਖੁਲਾਸੇ। ਮੂਸੇਵਾਲਾ ਕਤਲकांड ਦਾ 6ਵਾਂ ਸ਼ੂਟਰ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ। ਵਿਆਹ ਸਮਾਗਮ ਵਿੱਚ ਜਾ ਰਹੇ ਪਰਿਵਾਰ ਨੂੰ ਆਇਆ ਹਾਦਸਾ ਪੇਸ਼, ਇੱਕੋ ਹੀ ਪਰਿਵਾਰ ਦੇ 5 ਜੀਆਂ ਸਮੇਤ 6 ਮੌਤਾਂ। ਚੇਨਈ ਹਵਾਈ ਅੱਡੇ ਤੋਂ ਕਰੋੜਾਂ ਦੀ ਡਰੱਗ ਬਰਾਮਦ। ਸਕੂਲ ਵਿੱਚ ਹੋਈ ਕੁੱਟਮਾਰ ਤੋਂ ਬਾਅਦ ਦਲਿਤ ਬੱਚੇ ਦੀ ਮੌਤ ਦਾ ਮਾਮਲਾ ਗਰਮਾਇਆ ਅਤੇ ਅਦਾਲਤ ਵਿੱਚ ਇੱਕ ਵਿਅਕਤੀ ਨੇ ਆਪਣੀ ਘਰਵਾਲੀ ਦਾ ਗਲਾ ਵੱਢ ਕੇ ਕੀਤੀ ਹੱਤਿਆ। ਦੋਸਤੋ, ਇਹ ਕੁਝ ਜਾਣਕਾਰੀਆਂ ਅੱਜ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਨਜ਼ਰ ਮਾਰੀਏ। ਸਭ ਤੋਂ ਪਹਿਲੀ ਵੱਡੀ ਤੇ ਮੰਦਭਾਗੀ ਖਬਰ ਮਿਲੀ ਹੈ ਕਿ ਮਿਸਰ ਦੀ ਰਾਜਧਾਨੀ ਕਾਇਰੋ ਦੇ ਵਿੱਚ ਐਤਵਾਰ ਦਾ ਦਿਨ ਸੀ, ਇੱਕ ਚਰਚ ਵਿੱਚ ਅੱਗ ਲੱਗ ਗਈ। ਅੱਗ ਨੇ ਭਿਆਨਕ ਰੂਪ ਧਾਰਨ ਕੀਤਾ ਅਤੇ 41 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਖਬਰ ਇਹ ਵੀ ਮਿਲੀ ਕਿ ਇਹਨਾਂ ਤੋਂ ਇਲਾਵਾ 55 ਹੋਰ ਲੋਕ ਜ਼ਖਮੀ ਸੀ, ਝੁਲਸੇ ਗਏ ਸਨ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਜਾਣ ਦਾ ਖਦਸ਼ਾ ਹੈ। ਚਰਚ ਨੇ ਮਰਨ ਵਾਲਿਆਂ ਲਈ ਸਿਹਤ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਗ ਇੰਬਾਬਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਬੂ ਸ਼ੇਫੀਨ ਚਰਚ ਤੋਂ ਸ਼ੁਰੂ ਹੋਈ। ਚਰਚ ਵਿੱਚ ਅੱਗ ਲੱਗਣ ਦੇ ਕਾਰਨ ਦਾ ਭਾਵੇਂ ਤੁਰੰਤ ਤਾਂ ਪਤਾ ਨਹੀਂ ਸੀ ਲੱਗ ਸਕਿਆ, ਪਰ ਮੁੱਢਲੀ ਜਾਂਚ ਦੇ ਵਿੱਚ ਦੱਸਿਆ ਗਿਆ ਕਿ ਸ਼ਾਰਟ ਸਰਕਟ ਹੋਇਆ ਬਿਜਲੀ ਦਾ। ਅੱਗ ਬੁਝਾਉਣ ਵਾਸਤੇ ਦਰਜਨ ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਰਵਾਨਾ ਹੋਈਆਂ, ਜਦਕਿ ਐਂਬੂਲੈਂਸਾਂ ਨੇ ਜਲਦੀ ਵਿੱਚ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਪਰ ਫਿਰ ਵੀ ਜਾਨੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਦੀਆਂ ਖਬਰਾਂ ਨੇ ਤੇ ਉਮੀਦ ਕਰਦੇ ਹਾਂ ਕਿ ਜਿਹੜੇ 55 ਜ਼ਖਮੀ ਨੇ ਉਹ ਸਿਹਤਯਾਬ ਹੋਣ ਤੇ ਮੌਤਾਂ ਦੀ ਗਿਣਤੀ ਹੋਰ ਵਧੇ ਨਾ। ਪਰ ਸੱਚਮੁੱਚ ਬਹੁਤ ਵੱਡੀ ਤੇ ਚਿੰਤਾਜਨਕ ਖਬਰ ਹੈ। ਤੇ ਅਗਲੀ ਜਿਹੜੀ ਜਾਣਕਾਰੀ ਹੈ ਉਹ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਨਾਲ ਸੰਬੰਧਿਤ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਬਲਕੌਰ ਸਿੱਧੂ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਇੱਕ ਵਾਰੀ ਅੱਗੇ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਇਨਕਸ਼ਾਫ ਕੀਤੇ ਸਨ ਕਿ ਅਸਲ ਦੇ ਵਿੱਚ ਕਾਤਲ ਤਾਂ ਕੋਈ ਹੋਰ ਨੇ। ਇੱਕ ਵਾਰੀ ਫਿਰ ਉਹਨਾਂ ਨੇ ਇਸੇ ਗੱਲ ਨੂੰ ਦੁਹਰਾਇਆ ਹੈ। ਤਕਰੀਬਨ ਹੁਣ ਤਾਂ 80 ਦਿਨ ਬੀਤਣ ਵਾਲੇ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹੋਇਆ ਤੇ ਕਤਲ ਦੇ ਪਿੱਛੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਅਹਿਮ ਨੇ, ਗੁੱਝੀਆਂ ਨੇ ਤੇ ਵੱਡੀਆਂ ਨੇ। ਬਲਕੌਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦੇ ਕਤਲ ਦੇ ਪਿੱਛੇ ਕੁਝ ਗਾਇਕਾਂ ਅਤੇ ਕੁਝ ਰਾਜਨੀਤਿਕ ਆਗੂਆਂ ਦਾ ਹੱਥ ਹੈ। ਉਹ ਕਹਿੰਦੇ ਇਹਨਾਂ ਦਾ ਨਾਮ ਕੀ ਹੈ, ਕੌਣ ਸੀ, ਬੜੀ ਜਲਦ ਮੈਂ ਵੱਡੇ ਖੁਲਾਸੇ ਕਰਾਂਗਾ। ਅਸਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਮਾਤਾ ਪਿਤਾ ਨੂੰ ਹਾਲੇ ਵੀ ਮਿਲਣ ਵਾਸਤੇ ਪਹੁੰਚ ਰਹੇ ਨੇ ਤੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹਨਾਂ ਦੇ ਪੁੱਤਰ ਦਾ ਇਸ ਵਾਸਤੇ ਕਤਲ ਕਰ ਦਿੱਤਾ ਗਿਆ ਕਿਉਂਕਿ ਥੋੜੇ ਸਮੇਂ ਦੇ ਵਿੱਚ ਉਹਨੇ ਜ਼ਿਆਦਾ ਤਰੱਕੀ ਕਰ ਲਈ ਸੀ। ਤੇ ਉਹਨਾਂ ਨੇ ਇਹ ਵੀ ਆਖਿਆ ਕਿ ਉਹਨਾਂ ਦੇ ਪੁੱਤਰ ਦੇ ਕਤਲ ਦੇ ਵਾਸਤੇ ਕੁਝ ਗਾਇਕ ਜ਼ਿੰਮੇਵਾਰ ਨੇ ਜਿਹੜੇ ਚਾਹੁੰਦੇ ਨਹੀਂ ਸੀ ਕਿ ਸਿੱਧੂ ਅੱਗੇ ਵਧੇ, ਜਿਹੜੇ ਚਾਹੁੰਦੇ ਨਹੀਂ ਸੀ ਸਿੱਧੂ ਚੰਗਾ ਗਾਵੇ। ਪਰ ਕਹਿੰਦੇ ਜਿਨ੍ਹਾਂ ਨੇ ਉਹ ਕਤਲ ਕਰਵਾ ਦਿੱਤਾ, ਤਰੱਕੀ ਉਹਨਾਂ ਦੀ ਵੀ ਨਹੀਂ ਹੋਣੀ, ਰੰਗ ਭਾਗ ਉਹਨਾਂ ਨੂੰ ਵੀ ਨਹੀਂ ਲੱਗਣੇ। ਬਲਕੌਰ ਸਿੱਧੂ ਹੋਰਾਂ ਨੇ ਇਹ ਵੀ ਆਖਿਆ ਕਿ ਇੱਕ ਗਰੁੱਪ ਨੇ ਸਿੱਧੂ ਦੇ ਗੀਤਾਂ ਨੂੰ ਲੈ ਕੇ ਸਾਰਿਆਂ ਨੂੰ ਗੁੰਮਰਾਹ ਕੀਤਾ, ਇੱਥੋਂ ਤੱਕ ਕਿ ਕਹਿੰਦੇ ਉਹਨਾਂ ਨੇ ਸਰਕਾਰ ਨੂੰ ਵੀ ਗੁੰਮਰਾਹ ਕੀਤਾ। ਹੁਣ ਵੇਖਦੇ ਹਾਂ ਕਿ ਕਿਹੜਾ ਗਰੁੱਪ ਹੈ, ਕਿਹੜਾ ਗਾਇਕ ਹੈ। ਦੇਖੋ, ਅਸੀਂ ਦੰਦ ਕਥਾਵਾਂ ਵਿੱਚ ਨਹੀਂ ਪੈਣਾ ਚਾਹੁੰਦੇ। ਪਹਿਲਾਂ ਵੀ ਕਈ ਕਲਾਕਾਰਾਂ ਦੇ ਬਾਬਤ ਲੋਕਾਂ ਨੇ ਆਖਿਆ ਸੀ ਕਿ ਫਲਾਣਾ ਹੈ ਜੀ, ਧਮਕਾ ਹੈ ਜੀ। ਪਰ ਹੁਣ ਵੇਖਦੇ ਹਾਂ ਕਿ ਜੇਕਰ ਇੰਨਾ ਉਹਨਾਂ ਨੇ ਆਖ ਦਿੱਤਾ ਕਿ ਉਹਦੇ ਪੁੱਤਰ ਦੇ ਕਤਲ ਦੇ ਪਿੱਛੇ ਕੁਝ ਗਾਇਕ ਨੇ ਤੇ ਕੁਝ ਪੋਲੀਟੀਕਲ ਬੰਦੇ ਨੇ, ਵੇਖਣਾ ਹੋਏਗਾ ਕਿ ਕਿਹਨਾਂ ਦਾ ਨਾਮ ਲੈਂਦੇ ਹੈ। ਕਿਉਂਕਿ ਉਹਨੇ ਆਖਿਆ ਹੈ ਕਿ ਸਾਡਾ ਪੁੱਤਰ ਵੀ ਨਹੀਂ ਸੀ ਡਰਦਾ, ਡਰਨਾ ਅਸੀਂ ਵੀ ਨਹੀਂ।
ਉਹ ਕਹਿੰਦੇ ਸਿੱਧੂ ਨੇ ਇੱਕ ਗੀਤ 'ਚ ਆਖਿਆ ਸੀ ਕਿ ਜਿਹੜੇ ਲੋਕ ਆਪਣੀ ਘਰ ਵਾਲੀ ਨੂੰ ਨਹੀਂ ਸੰਭਾਲ ਸਕਦੇ ਉਹ ਮੈਨੂੰ ਸਲਾਹਾਂ ਦਿੰਦੇ ਨੇ। ਉਹ ਕਹਿੰਦੇ ਮਤਲਬ ਇਹਦੇ ਵੀ ਗਲਤ ਕੱਢੇ ਗਏ। ਹੁਣ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਬਹੁਤ ਸਾਰੇ ਲੋਕ ਪਹੁੰਚੇ ਹੋਏ ਸੀ। ਉਹਨਾਂ ਨੇ ਸੰਬੋਧਨ ਹੁੰਦਾ ਕਿਹਾ ਕਿ ਥੋੜੇ ਜਿਹੇ ਸਮੇਂ ਦੇ ਵਿੱਚ ਉਹਨੇ ਆਪਣਾ ਕੈਰੀਅਰ ਬਿਲਡ ਕੀਤਾ, ਸ਼ੋਹਰਤ ਮਿਲੀ ਤੇ ਸਿੱਧੂ ਆਪਣੇ ਦਮ ਤੇ ਗਾਉਂਦਾ ਰਿਹਾ। ਉਹ ਕਹਿੰਦੇ ਜਿੰਨੀ ਦੇਰ ਜ਼ਿੰਦਗੀ ਮੇਰੀ ਵੀ ਹੈ ਮੈਂ ਵੀ ਸੱਚ ਤੇ ਚੱਲਦਾ ਰਹਾਂਗਾ ਤੇ ਪੁੱਤਰ ਦੇ ਕਤਲ ਦਾ ਇਨਸਾਫ ਲੈ ਕੇ ਰਹਾਂਗਾ। ਉਹ ਕਹਿੰਦੇ ਜਦੋਂ ਸਿੱਧੂ ਕੈਨੇਡਾ ਪੜ੍ਹਨ ਵਾਸਤੇ ਗਿਆ ਸੀ, ਕੁਝ ਲੋਕਾਂ ਨੇ ਆਖਿਆ ਕਿ ਹੁਣ ਇਹਦਾ ਚਲੋ ਫਾਇਦਾ ਲੈ ਲਈਏ। ਗਲਤ ਲੋਕ ਉਹਦੇ ਨਾਲ ਜੁੜ ਕੇ ਉਹਦਾ ਫਾਇਦਾ ਲੈਣ ਦੀ ਤਾਕ ਵਿੱਚ ਕੈਨੇਡਾ 'ਚ ਵੀ ਰਹੇ। ਉਹ ਕਹਿੰਦੇ ਫਾਇਦਾ ਲੋਕ ਭਾਰਤ 'ਚ ਵੀ ਲੈਂਦੇ ਰਹੇ। ਉਹ ਕਹਿੰਦੇ ਸਾਰਿਆਂ ਦੇ ਨਾਮ ਜਲਦ ਸਾਹਮਣੇ ਰੱਖ ਦਿਆਂਗਾ ਜਿਹੜੇ ਵੀ ਉਹਨਾਂ ਦੇ ਪੁੱਤਰ ਦੇ ਕਤਲ ਦੇ ਵਾਸਤੇ ਜ਼ਿੰਮੇਵਾਰ ਨੇ। ਤੁਹਾਨੂੰ ਚੇਤਾ ਹੋਣਾ ਹੈ ਕਿ 29 ਮਈ ਦੀ ਸ਼ਾਮ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲकांड ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਲਈ ਸੀ ਤੇ ਗੋਲਡੀ ਬਰਾੜ ਕੈਨੇਡਾ 'ਚ ਰਹਿੰਦਾ ਹੈ। ਬਲਕੌਰ ਸਿੱਧੂ ਨੇ ਇਹ ਵੀ ਦੋਸ਼ ਲਗਾਏ ਨੇ ਕਿ ਅਸਲ ਦੇ ਵਿੱਚ ਕੁਝ ਲੋਕ ਕਹਿੰਦੇ ਨੇ ਜੀ ਉਹ ਸਮਝੌਤਾ ਕਰਨਾ ਚਾਹੁੰਦਾ ਸੀ। ਉਹ ਕਹਿੰਦੇ ਨਹੀਂ, ਹੱਕ ਸੱਚ ਦੀ ਕਮਾਈ ਕਰਦਾ ਸੀ ਤੇ ਹੱਕ ਸੱਚ ਦੀ ਉਹ ਗੱਲ ਕਰਦਾ ਸੀ। ਦੁਨੀਆ ਦੇ ਵਿੱਚ ਉਹਨੇ ਨਾਮ ਚਮਕਾਇਆ। ਤੇ ਕਹਿੰਦੇ ਇੱਕ ਹੋਰ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਕਰਾਰਨਾਮਾ ਰੱਦ ਕਰਨਾ ਸੀ ਜੀ, ਕਰਾਰਨਾਮੇ ਦੀ ਗੱਲ ਹੈ। ਉਹ ਕਹਿੰਦੇ ਮੈਂ ਦੱਸਦੇ ਹਾਂ ਮੇਰੇ ਪੁੱਤਰ ਨੇ ਕਦੇ ਕਿਸੇ ਨਾਲ ਕਰਾਰ ਭਾਵ ਕੋਈ ਕੰਟਰੈਕਟ ਨਾ ਕੀਤਾ ਸੀ ਤੇ ਨਾ ਕੋਈ ਇਸ ਤਰ੍ਹਾਂ ਦੀ ਗੱਲ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ। ਪਰ ਜਿਹੜੀਆਂ ਗੱਲਾਂ ਉਹਨਾਂ ਨੇ ਗੱਲ ਕਰਦਿਆਂ ਆਖ ਦਿੱਤੀਆਂ ਨੇ ਕਿ ਕੁਝ ਪੋਲੀਟੀਕਲ ਲੀਡਰ ਤੇ ਕੁਝ ਗਾਇਕ ਉਹ ਕੌਣ ਹੋਣਗੇ ਵੇਖਣਾ ਹੋਏਗਾ। ਇੰਤਜ਼ਾਰ ਕਰਾਂਗੇ ਕਿ ਆਫੇ ਨਹੀਂ ਲਾਉਣੇ ਕਿ ਫਲਾਣਾ ਹੈ ਜੀ, ਧਮਕਾ ਜੀ। ਵੇਖਦੇ ਹਾਂ ਕਿ ਜੇਕਰ ਉਹ ਇੰਨੀ ਗੱਲ ਪਬਲਿਕਲੀ ਆਖ ਸਕਦੇ ਆ ਕਿ ਕੁਝ ਲੀਡਰ ਨੇ ਕੁਝ ਗਾਇਕ ਨੇ ਤਾਂ ਇੰਤਜ਼ਾਰ ਕਰ ਲੈਂਦੇ ਹਾਂ, ਵੇਖ ਲੈਂਦੇ ਹਾਂ ਕਿ ਕਿਹਨਾਂ ਦਾ ਨਾਮ ਦਿੰਦੇ ਆ। ਤੇ ਦੂਸਰੇ ਪਾਸੇ ਤਕਰੀਬਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ 80 ਦਿਨ ਹੋਣ ਵਾਲੇ ਨੇ ਮੂਸੇਵਾਲੇ ਦੇ ਕਤਲ ਹੋਇਆਂ ਨੂੰ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ 6ਵੇਂ ਸ਼ੂਟਰ ਦੀਪਕ ਮੁੰਡੀ ਦਾ ਪਤਾ ਲਗਾਉਣ ਦੇ ਵਿੱਚ ਹਾਲੇ ਤੱਕ ਅਸਫਲ ਹੈ। ਪੁਲਿਸ ਦੇ ਵੱਲੋਂ ਮੁੰਡੀ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਪੰਜਾਬ 'ਚ, ਹਰਿਆਣਾ 'ਚ, ਰਾਜਸਥਾਨ 'ਚ ਲਗਾਤਾਰ ਛਾਪੇਮਾਰੀ ਕਰਨ ਦੇ ਵਾਸਤੇ ਕੁਝ ਖਾਸ ਟੀਮਾਂ ਬਣਾਈਆਂ ਗਈਆਂ ਸੀ, ਭੇਜੀਆਂ ਵੀ ਗਈਆਂ, ਪਰ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਨੇ। ਪਹਿਲਾਂ ਕਹਿੰਦੇ ਸੀ ਕਿ ਸ਼ਾਇਦ ਜਿਸ ਦਿਨ ਮਨੂ ਕੁੱਸਾ ਤੇ ਜਗਰੂਪ ਰੂਪਾ ਦਾ ਮੁਕਾਬਲਾ ਹੈ ਕਿ ਉਹ ਵੀ ਉਸੇ ਇਲਾਕੇ ਵਿੱਚ, ਉਸੇ ਏਰੀਏ ਵਿੱਚ ਸੀ। ਕਈ ਦਿਨ ਛਾਪੇਮਾਰੀ ਵੀ ਹੁੰਦੀ ਰਹੀ ਤੇ ਕਈ ਚੈਨਲਾਂ ਨੇ ਤਾਂ ਖਬਰ ਵੀ ਚਲਾ ਦਿੱਤੀ ਸੀ ਕਿ ਦੀਪਕ ਮੁੰਡੀ ਗ੍ਰਿਫਤਾਰ ਕਰ ਲਿਆ। ਸਿੱਧੂ ਦੇ ਕਤਲ ਦੇ ਵਿੱਚ 6 ਸ਼ਾਰਪ ਸ਼ੂਟਰਾਂ ਦੀ ਸ਼ਨਾਖਤ ਕੀਤੀ ਗਈ ਸੀ। ਉਹ ਸਿੱਧੇ ਤੌਰ ਤੇ ਇਹ ਵੀ ਦੱਸਿਆ ਗਿਆ ਸੀ ਕਿ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਇਹਨਾਂ ਸ਼ੂਟਰਾਂ ਦੇ ਵਿੱਚੋਂ ਹਰਿਆਣਾ ਦੇ ਪ੍ਰਿਆਵਰਤ ਉਰਫ ਫੌਜੀ, ਕਸ਼ਿਸ਼ ਉਰਫ ਕੁਲਦੀਪ, ਅੰਕਿਤ ਸੇਰਸਾ ਅਤੇ ਦੀਪਕ ਉਰਫ ਮੁੰਡੀ ਇਹ ਸ਼ਾਮਲ ਸਨ। 2 ਪੰਜਾਬ ਨਾਲ ਸੰਬੰਧਿਤ ਜਿਨ੍ਹਾਂ ਦੇ ਵਿੱਚ ਜਗਰੂਪ ਰੂਪਾ ਅਤੇ ਮਨੂ ਕੁੱਸਾ ਸੀ। ਹੁਣ ਦਿੱਲੀ ਪੁਲਿਸ ਨੇ ਪ੍ਰਿਆਵਰਤ, ਅੰਕਿਤ ਅਤੇ ਕਸ਼ਿਸ਼ ਨੂੰ ਤੁਹਾਨੂੰ ਯਾਦ ਹੋਣਾ ਹੈ ਕਿ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ 20 ਜੁਲਾਈ ਨੂੰ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨੇੜੇ ਪੈਂਦਾ ਇੱਕ ਪਿੰਡ, ਉੱਥੇ ਖਾਲੀ ਪਏ ਇੱਕ ਘਰ ਦੇ ਵਿੱਚ ਗੋਲੀਬਾਰੀ ਹੋਈ, ਮੁਕਾਬਲਾ ਹੋਇਆ ਤੇ ਉਸ ਪੁਲਿਸ ਮੁਕਾਬਲੇ ਦੇ ਵਿੱਚ ਜਗਰੂਪ ਰੂਪਾ ਤੇ ਮਨੂ ਕੁੱਸਾ ਨੂੰ ਮਾਰ ਮੁਕਾਇਆ ਸੀ। ਸ਼ੂਟਰ ਮੁੰਡੀ ਹਾਲੇ ਤੱਕ ਫਰਾਰ ਹੈ। ਇਹਦੇ ਤੋਂ ਇਲਾਵਾ ਜਿਹੜੇ ਇਸ ਕਤਲकांड ਦੇ ਮਾਸਟਰਮਾਈਂਡ ਮੰਨੇ ਜਾ ਰਹੇ ਨੇ, ਭਾਵੇਂ ਉਹ ਲਾਰੈਂਸ ਬਿਸ਼ਨੋਈ ਹੈ ਤੇ ਭਾਵੇਂ ਗੋਲਡੀ ਬਰਾੜ ਹੈ ਤੇ ਜੱਗੂ ਭਗਵਾਨਪੁਰੀਆ, ਇਹ ਕਈਆਂ ਦੇ ਨਾਮ ਗੂੰਜਦੇ ਆ। ਇਹਨਾਂ ਵਿੱਚੋਂ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਤੋਂ ਤਾਂ ਪੁੱਛਗਿੱਛ ਕੀਤੀ ਗਈ ਹੈ, ਹਾਲੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਇਹਦੇ ਬਾਵਜੂਦ ਵੀ ਦੀਪਕ ਮੁੰਡੀ ਦੇ ਬਾਬਤ ਨਾ ਜੱਗੂ ਤੋਂ ਤੇ ਨਾ ਲਾਰੈਂਸ ਬਿਸ਼ਨੋਈ ਤੋਂ ਪੁਲਿਸ ਕੋਈ ਸੁਰਾਗ ਹਾਸਲ ਨਹੀਂ ਕਰ ਸਕੀ, ਨਾਕਾਮ ਰਹੀ ਹੈ। ਦੂਸਰੇ ਪਾਸੇ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਭਵਾਨੀ ਦਾ ਦੀਪਕ ਮੁੰਡੀ ਹਾਲੇ ਫਰਾਰ ਹੈ। ਮਾਨਸਾ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਵਾਸਤੇ ਲਗਾਤਾਰ ਛਾਪੇਮਾਰੀ ਹਾਲੇ ਵੀ ਜਾਰੀ ਹੈ। ਦੱਸਣਾ ਬਣਦਾ ਹੈ ਕਿ ਹਾਲੇ ਵੀ ਲੋਕ ਇਸ ਗੱਲ ਦੀ ਉਡੀਕ ਵਿੱਚ ਨੇ ਤੇ ਉਤਸੁਕਤਾ ਹੈ ਕਿ ਕਦੋਂ ਖਬਰ ਮਿਲੇ ਕਿ ਸਾਰੇ ਦੇ ਸਾਰੇ ਜਿਹੜੇ ਸ਼ੂਟਰ ਸਨ ਉਹ ਗ੍ਰਿਫਤਾਰ ਕਰ ਲਏ ਗਏ। ਭਾਵੇਂ ਕਿ ਕੁਝ ਜਿਹੜੇ ਇਸ ਕਤਲकांड ਦੇ ਵਿੱਚ ਲੋੜੀਂਦੇ ਲੋਕ ਨੇ ਉਹ ਵਿਦੇਸ਼ ਦੀ ਧਰਤੀ ਤੇ ਰਹਿੰਦੇ ਹੈ। ਗੋਲਡੀ ਬਰਾੜ ਦਾ ਜ਼ਿਕਰ ਉਚੇਚੇ ਤੌਰ ਤੇ ਕੀਤਾ ਜਾ ਸਕਦਾ ਹੈ। ਤਾਂ ਕੀ ਉਹਨਾਂ ਨੂੰ ਪੰਜਾਬ ਲਿਆਂਦਾ ਜਾਏਗਾ? ਜੇ ਪੰਜਾਬ ਪੁਲਿਸ ਉਹਨਾਂ ਨੂੰ ਪੰਜਾਬ ਲੈ ਕੇ ਜਾਣਾ ਚਾਹੁੰਦੀ ਹੈ ਤੇ ਕਦੋਂ ਤੱਕ ਲਿਆਂਦਾ ਜਾਏਗਾ? ਪਰਿਵਾਰ ਵੀ ਅਤੇ ਸਿੱਧੂ ਮੂਸੇਵਾਲੇ ਦੇ ਫੈਨ ਵੀ ਹਾਲੇ ਤੱਕ ਇਨਸਾਫ ਦੀ ਉਡੀਕ ਵਿੱਚ ਨੇ।
ਤੇ ਖਬਰਾਂ ਅੱਜ ਸੱਚਮੁੱਚ ਬਹੁਤੀਆਂ ਚੰਗੀਆਂ ਨਹੀਂ ਮਿਲੀਆਂ। ਅਗਲੀ ਜਿਹੜੀ ਖਬਰ ਹੈ ਇਹ ਵੀ ਇੱਕ ਪਰਿਵਾਰ ਸੱਚਮੁੱਚ ਹੱਸਦਾ ਵਸਦਾ ਜਹਾਨ ਉਜੜ ਗਿਆ। ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਵਿੱਚ ਐਤਵਾਰ ਦਾ ਸਵੇਰਾ ਸੀ। ਇੱਕ ਕਾਰ ਅਤੇ ਟਰੱਕ ਦੀ ਸਿੱਧੀ ਟੱਕਰ ਹੁੰਦੀ ਹੈ। 6 ਲੋਕਾਂ ਦੀ ਮੌਤ ਹੁੰਦੀ ਹੈ। ਪੁਲਿਸ ਨੇ ਜਾਣਕਾਰੀ ਇਹ ਦਿੱਤੀ ਹੈ ਕਿ ਸਵੇਰ ਦੇ ਤਕਰੀਬਨ 5:30 ਵਜੇ ਸਨ। ਮਾਂਜਰ ਸੁੰਬਾ ਪਟੌਦਾ ਹਾਈਵੇ ਤੇ ਇਹ ਘਟਨਾ ਵਾਪਰਦੀ ਹੈ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸ਼ੁਰੂਆਤੀ ਸੂਚਨਾ ਅਨੁਸਾਰ ਕੇਜ ਤਹਿਸੀਲ ਦੇ ਜੀਵਾ ਚਿਵਾੜੀ ਪਿੰਡ ਦਾ ਰਹਿਣ ਵਾਲਾ ਇੱਕੋ ਹੀ ਪਰਿਵਾਰ ਕਿਸੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਪਣੀ ਕਾਰ ਦੇ ਵਿੱਚ ਜਾ ਰਿਹਾ ਸੀ। ਇਸੇ ਦੌਰਾਨ ਉਹਨਾਂ ਦੀ ਕਾਰ ਅਤੇ ਇੱਕ ਛੋਟਾ ਟਰੱਕ ਉਹਨਾਂ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ 5 ਮੈਂਬਰਾਂ ਤੇ ਇੱਕ ਹੋਰ ਵਿਅਕਤੀ ਦੀ ਮੌਤ ਹੁੰਦੀ ਹੈ। ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਫਰਾਰ ਹੋ ਗਿਆ ਸੀ। ਬਾਅਦ ਵਿੱਚ ਉਸਨੇ ਪਟੌਦਾ ਥਾਣੇ ਵਿੱਚ ਆਤਮ ਸਮਰਪਣ ਕਰ ਦਿੱਤਾ। ਆਪਾਂ ਬੀਤੇ ਦਿਨ ਵੀ ਆਖਿਆ ਸੀ ਕਿ ਹਾਲੇ ਅਸੀਂ ਸਿਆਣੇ ਨਹੀਂ ਹੋਏ। ਬਹੁਤੇ ਡਰਾਈਵਰ ਘਟਨਾ ਸਥਾਨ ਤੋਂ ਇਸ ਕਰਕੇ ਭੱਜ ਜਾਂਦੇ ਆ ਕਿ ਹੁਣ ਦੇਖਣ ਵਾਲੇ ਸ਼ਾਇਦ ਮੈਨੂੰ ਕੁੱਟ-ਕੁੱਟ ਨਾ ਮਾਰ ਦੇਣ, ਪਰ ਬਾਅਦ ਵਿੱਚ ਉਹ ਕਹਿੰਦੇ ਪਟੌਦਾ ਥਾਣੇ ਵਿੱਚ ਡਰਾਈਵਰ ਨੇ ਆਤਮ ਸਮਰਪਣ ਕਰ ਦਿੱਤਾ। ਮ੍ਰਿਤਕਾਂ ਦੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਸੀ। ਉਹਨਾਂ ਦੇ ਵਿੱਚ ਇੱਕ ਸੀ ਰਾਮ ਹਰੀ ਸਿਰਫ 40 ਵਰਿਆਂ ਦਾ, ਸੁਨੀਤਾ 38 ਵਰਿਆਂ ਦੀ, ਰਿਸ਼ੀਕੇਸ਼ 19 ਵਰਿਆਂ ਦਾ, ਆਕਾਸ਼ ਸਿਰਫ 15 ਵਰਿਆਂ ਦਾ, ਪ੍ਰਿਯੰਕਾ 17 ਵਰਿਆਂ ਦੀ। ਤੇ ਸਾਰੇ ਇਹ ਦੱਸੇ ਜਾ ਰਹੇ ਨੇ ਕਿ ਜੀਵਾ ਚਿਵਾੜੀ ਪਿੰਡ ਦੇ ਰਹਿਣ ਵਾਲੇ ਸਨ ਤੇ ਇੱਕੋ ਹੀ ਪਰਿਵਾਰ ਦੇ ਨਾਲ ਸੰਬੰਧਿਤ ਸਨ। ਤੇ ਇਸੇ ਘਟਨਾ ਦੇ ਵਿੱਚ ਇੱਕ ਰਾਧਿਕਾ ਕਿਦਾਰ 14 ਵਰਿਆਂ ਦੀ, ਉਹਦੀ ਵੀ ਮੌਤ ਹੋ ਗਈ ਹੈ। ਸੋ ਆਪਣੇ ਆਪ ਦੇ ਵਿੱਚ ਸੱਚਮੁੱਚ ਉਸ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਕਿ ਇੱਕੋ ਹੀ ਐਕਸੀਡੈਂਟ ਵਿੱਚ 5 ਇੱਕੋ ਹੀ ਪਰਿਵਾਰ ਦੇ ਜੀ ਅਤੇ ਕੁੱਲ ਮਿਲਾ ਕੇ 6 ਮੌਤਾਂ ਹੋਈਆਂ ਨੇ। ਇਸ ਦੁਰਘਟਨਾ ਦਾ ਕਾਰਨ ਕੀ ਹੈ, ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕਾਰ ਓਵਰ ਸਪੀਡ ਸੀ ਜਾਂ ਟਰੱਕ ਵਾਲੇ ਦੀ ਕੋਈ ਗਲਤੀ ਸੀ। ਇਹ ਹਾਲੇ ਜਾਂਚ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਏਗਾ। ਪਰ ਅਗਲੀ ਖਬਰ ਹੈ, ਤੁਸੀਂ ਦੇਖੋ, ਭਾਵੇਂ ਪੰਜਾਬ ਦਾ ਜ਼ਿਕਰ ਕਰੀਏ ਤੇ ਭਾਵੇਂ ਦੁਨੀਆ ਦੇ ਕਿਸੇ ਹੋਰ ਕੋਨੇ ਦਾ, ਨਸ਼ਿਆਂ ਦੀ ਬਹੁਤ ਵੱਡੀ ਮਾਰ ਪੈ ਰਹੀ ਹੈ, ਖਾਸ ਕਰਕੇ ਜਵਾਨੀ ਤੇ। ਪਰ ਇਹ ਫਿਰ ਲੋਕ ਕਿਹੜੇ ਨੇ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ? ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਲਾਲਚ ਦੇ ਵਿੱਚ ਕਿੰਨੇ ਫਸੇ ਹੋਏ ਹਾਂ। ਚੇਨਈ ਹਵਾਈ ਅੱਡੇ ਤੋਂ 2 ਵੱਖ-ਵੱਖ ਘਟਨਾਵਾਂ ਦੇ ਦੌਰਾਨ 111 ਕਰੋੜ ਤੇ 41 ਲੱਖ ਰੁਪਏ ਦੀ 10 ਕਿਲੋਗ੍ਰਾਮ ਤੋਂ ਵੱਧ ਡਰੱਗ ਜ਼ਬਤ ਕੀਤੀ ਗਈ ਹੈ। ਇਸ ਸਬੰਧ ਦੇ ਵਿੱਚ ਅੰਗੋਲਾ ਦੀ ਇੱਕ ਔਰਤ ਸਮੇਤ 2 ਯਾਤਰੀ ਗ੍ਰਿਫਤਾਰ ਕੀਤੇ ਗਏ ਹੈ। ਕਸਟਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਘਟਨਾ 11 ਅਗਸਤ ਦੀ ਹੈ। ਉਹਨਾਂ ਨੂੰ ਦਰਅਸਲ ਇੱਕ ਸੂਚਨਾ ਗੁਪਤ ਤੌਰ ਤੇ ਮਿਲ ਚੁੱਕੀ ਸੀ ਕਿ ਭਾਈ ਡਰੱਗ ਆ ਰਹੀ ਹੈ। ਗੁਪਤ ਸੂਚਨਾ ਦੇ ਆਧਾਰ ਤੇ ਅਧਿਕਾਰੀ ਨੇ ਆਦਿਸ ਅਬਾਬਾ ਤੋਂ ਚੇਨਈ ਪਹੁੰਚੇ ਇੱਕ ਯਾਤਰੀ ਦੇ ਸਮਾਨ ਦੀ ਤਲਾਸ਼ੀ ਲਈ ਤੇ ਉਹਦੇ ਸਮਾਨ ਦੇ ਵਿੱਚੋਂ 9 ਕਿਲੋ ਤੇ 59 ਗ੍ਰਾਮ ਕੋਕੀਨ ਮਿਲਦੀ ਹੈ ਤੇ ਕੀਮਤ ਉਹਦੀ ਤਕਰੀਬਨ 100 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੂਸਰੀ ਘਟਨਾ ਵਿੱਚ ਅੰਗੋਲਾ ਦੀ ਇੱਕ ਔਰਤ ਦੇ ਸਮਾਨ ਦੀ ਤਲਾਸ਼ੀ ਲਈ ਗਈ। ਉਹਦੇ ਵਿੱਚੋਂ 1 ਕਿਲੋ ਤੇ ਉਹ ਤੋਂ ਥੋੜੀ ਜਿਹੀ ਜ਼ਿਆਦਾ 1 ਕਿਲੋ 180 ਗ੍ਰਾਮ ਦੱਸੀ ਜਾ ਰਹੀ ਹੈ। ਫਿਰ ਡਰੱਗ ਮਿਲਦੀ ਹੈ ਤੇ ਇਹਦੀ ਕੀਮਤ 11 ਕਰੋੜ ਤੇ 41 ਲੱਖ ਰੁਪਏ ਦੱਸੀ ਜਾਂਦੀ ਹੈ। ਤੁਸੀਂ ਆਪ ਹਿਸਾਬ ਲਾ ਲਓ ਕਿ ਆਪਣੇ ਕੋਲ ਸੈਨੀਟਾਈਜ਼ਰ ਦੀ ਸ਼ੀਸ਼ੀ ਵੀ ਹੋਵੇ, ਉਹਦਾ ਵੀ ਡਰ ਲੱਗਿਆ ਰਹਿੰਦਾ ਕਿ ਯਾਰ ਕਿਤੇ ਕਹਿ ਹੀ ਨਾ ਦੇਣ। ਪਾਣੀ ਦੀ ਬੋਤਲ ਹੋਵੇ, ਉਹਦੇ ਬਾਰੇ ਵੀ ਡਰ ਲੱਗਿਆ ਰਹਿੰਦਾ। ਇੱਥੋਂ ਤੱਕ ਕਿ ਬਾਜ ਪੱਗ ਵਾਸਤੇ ਚਾਹੀਦਾ ਹੁੰਦਾ ਹੈ ਕਿ ਨਾਲ ਲੈ ਕੇ ਜਾਈਏ, ਨਾ ਲੈ ਕੇ ਜਾਈਏ, ਕਿਤੇ ਕਢਾ ਨਾ ਲੈਣ, ਕਿਤੇ ਬਾਹਰ ਨਾ ਕੱਢ ਦੇਣ। ਪਰ ਆਹ ਲੋਕ ਕਿਹੋ ਜਿਹੇ ਆ ਯਾਰ? ਪਤਾ ਹੈ ਕਿ ਜੇ ਫੜੇ ਗਏ ਗੱਲ ਆਰ ਤੇ ਪਾਰ ਵਾਲੀ ਹੋਈ ਹੈ। ਛੱਡਣਾ ਕਿਸੇ ਨੇ ਨਹੀਂ, ਛਡਾਉਣਾ ਕਿਸੇ ਨੇ ਨਹੀਂ, ਜ਼ਮਾਨਤ ਕੋਈ ਨਹੀਂ ਹੋਣੀ। ਪਰ ਕਰੋੜਾਂ ਦਾ ਵਪਾਰ ਲੋਕ ਕਰਦੇ ਆ। ਕਹਿੰਦੇ ਜੇ ਲੰਘ ਗਏ ਤਾਂ ਪੌ 12, ਨਹੀਂ ਤਾਂ ਦੇਖੀ ਜਾਊਗੀ। ਤੇ ਅਗਲੀ ਸੱਚਮੁੱਚ ਘਟਨਾ ਨੇ ਪੂਰਾ ਰਾਜਸਥਾਨ ਵੀ ਅਤੇ ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਹੈ। ਖਬਰ ਸੱਚਮੁੱਚ ਬਹੁਤ ਮੰਦਭਾਗੀ ਹੈ। ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਸੁਰਾਣਾ ਦਾ ਇੱਕ ਦਲਿਤ ਬੱਚਾ ਜਿਸ ਦੀ ਮੌਤ ਹੋ ਗਈ ਹੈ। ਜਿਹੜੀ ਖਬਰ ਮਿਲ ਰਹੀ ਹੈ ਇਹ ਹੈ ਕਿ ਸਕੂਲ ਦੇ ਵਿੱਚ ਘੜੇ 'ਚ ਪਾਣੀ ਪਾਇਆ ਹੋਇਆ ਸੀ। ਉਹਨੇ ਉਹ ਪਾਣੀ ਵਾਲੇ ਘੜੇ ਨੂੰ ਟੱਚ ਕਰ ਲਿਆ ਤੇ ਅਧਿਆਪਕ ਜੀ ਗੁੱਸੇ 'ਚ ਆ ਗਏ। ਕਹਿੰਦੇ ਅਧਿਆਪਕ ਨੇ ਬੜੀ ਬੇਰਹਿਮੀ ਦੇ ਨਾਲ ਇਸ ਬੱਚੇ ਨੂੰ ਕੁੱਟਿਆ। ਕੁੱਟਮਾਰ ਕਰਨ ਦੇ ਕਾਰਨ ਵਿਦਿਆਰਥੀ ਦੇ ਅੰਦਰ ਕੁਝ ਗੰਭੀਰ ਸੱਟਾਂ ਲੱਗ ਗਈਆਂ, ਜਿਸ ਕਾਰਨ ਕਈ ਦਿਨਾਂ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ ਹੈ। ਤਕਰੀਬਨ 3 ਹਫ਼ਤੇ ਹੋ ਗਏ ਸੀ। ਅਹਿਮਦਾਬਾਦ ਦੇ ਇੱਕ ਹਸਪਤਾਲ ਦੇ ਵਿੱਚ ਉਹ ਦਾਖਲ ਸੀ। ਡਾਕਟਰਾਂ ਨੇ ਆਪਣੀ ਵਾਹ ਪੂਰੀ ਲਾਈ, ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਬੀਤੇ ਸ਼ਨੀਚਰਵਾਰ ਨੂੰ ਉਸ ਦੀ ਮੌਤ ਹੋ ਗਈ।
ਤੀਸਰੀ ਜਮਾਤ ਦਾ ਵਿਦਿਆਰਥੀ ਸੀ ਇੰਦਰ ਕੁਮਾਰ। ਇੰਦਰ ਕੁਮਾਰ ਦੇ ਪਿਤਾ ਦੇਵਰਾਮ ਨੇ ਦੱਸਿਆ ਕਿ ਮੈਂ ਪੁਲਿਸ ਦੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਹੈ। ਦੋਸ਼ ਉਹਨਾਂ ਨੇ ਇਹ ਲਗਾਏ ਨੇ ਕਿ ਉਸਦੇ 9 ਸਾਲ ਦੇ ਪੁੱਤਰ ਨੂੰ 20 ਜੁਲਾਈ ਨੂੰ ਸਕੂਲ ਦੇ ਵਿੱਚ ਕੁੱਟਿਆ ਗਿਆ। ਕੁੱਟਣ ਦਾ ਕਾਰਨ ਉਹਨੇ ਇਹੀ ਦੱਸਿਆ ਕਿ ਪਾਣੀ ਪੀਣ ਵਾਲਾ ਜਿਹੜਾ ਸੀ ਘੜੇ 'ਚ ਪਾਇਆ ਹੋਇਆ ਸੀ ਤੇ ਮੇਰੇ ਬੱਚੇ ਨੇ ਉਹਨੂੰ ਟੱਚ ਕਰ ਲਿਆ। ਇਹਦੇ ਤੋਂ ਅਧਿਆਪਕ ਗੁੱਸੇ ਵਿੱਚ ਆ ਗਿਆ ਤੇ ਅਧਿਆਪਕ ਦਾ ਨਾਮ ਸ਼ੈਲ ਸਿੰਘ ਦੱਸਿਆ ਕਿ ਸ਼ੈਲ ਸਿੰਘ ਨੇ ਇੰਦਰ ਨੂੰ ਇੰਨਾ ਕੁ ਕੁੱਟਿਆ ਕਿ ਗੰਭੀਰ ਜ਼ਖਮੀ ਹੋ ਗਿਆ। ਉਹਨਾਂ ਨੇ ਦੱਸਿਆ ਕਿ ਅਧਿਆਪਕ ਨੇ ਉਹਨੂੰ ਦਲਿਤ ਕਹਿ ਕੇ ਗਾਲਾਂ ਵੀ ਕੱਢੀਆਂ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਸਾਰੀਆਂ ਗੱਲਾਂ ਮੈਨੂੰ ਜਿਹੜੇ ਉੱਥੇ ਉਹਦੀ ਕਲਾਸ ਦੇ ਵਿੱਚ ਹੋਰ ਵਿਦਿਆਰਥੀ ਸੀ ਉਹਨਾਂ ਨੇ ਦੱਸੀਆਂ ਨੇ ਕਿ ਜਾਤੀ ਸੂਚਕ ਸ਼ਬਦ ਵੀ ਵਰਤੇ। ਹੁਣ ਆਹ ਵੈਸੇ ਇੱਕ ਹਥਿਆਰ ਵੀ ਹੈ, ਮੈਂ ਤਸਦੀਕ ਨਹੀਂ ਕਰਦਾ, ਪਰ ਉਹ ਜੋ ਬਾਪ ਆਖ ਰਿਹਾ ਮੈਂ ਤੁਹਾਡੇ ਨਾਲ ਉਹ ਖਬਰ ਸਾਂਝੀ ਕਰ ਰਿਹਾ ਕਿ ਜਾਤੀ ਸੂਚਕ ਸ਼ਬਦ ਬੋਲ ਕੇ ਗਾਲਾਂ ਵੀ ਕੱਢੀਆਂ ਗਈਆਂ, ਕੁੱਟ ਕੁਟਾਪਾ ਵੀ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਇਸ ਕੁੱਟ ਦੇ ਕਾਰਨ ਇੰਦਰ ਦੀ ਸੱਜੀ ਅੱਖ ਅਤੇ ਕੰਨ ਤੇ ਗੰਭੀਰ ਸੱਟਾਂ ਲੱਗੀਆਂ। ਜਦੋਂ ਜ਼ਖਮੀ ਹਾਲਤ ਵਿੱਚ ਬੱਚਾ ਘਰ ਗਿਆ ਤਾਂ ਉਸ ਨੂੰ ਪਹਿਲਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਉਦੈਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਵਾਸਤੇ ਭਰਤੀ ਕਰਵਾਇਆ ਗਿਆ। ਉੱਥੋਂ 3 ਹਫ਼ਤੇ ਪਹਿਲਾਂ ਉਸ ਨੂੰ ਅਹਿਮਦਾਬਾਦ ਰੈਫਰ ਕਰ ਦਿੱਤਾ ਗਿਆ ਸੀ। ਅਹਿਮਦਾਬਾਦ ਦੇ ਵਿੱਚ ਇਲਾਜ ਦੌਰਾਨ ਇੰਦਰ ਦੀ ਮੌਤ ਹੋ ਗਈ ਹੈ। ਮਾਮਲਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਸੁਰਾਣਾ ਦਾ, ਸੁਰਾਣਾ ਪਿੰਡ ਦੇ ਸਰਸਵਤੀ ਵਿਦਿਆ ਮੰਦਿਰ ਦਾ ਹੈ। ਇਸ ਘਟਨਾ ਦੇ ਬਾਬਤ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਅਧਿਆਪਕ ਸ਼ੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਦੇ ਖਿਲਾਫ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਮ੍ਰਿਤਕ ਬੱਚੇ ਦੇ ਪਿਤਾ ਦੇ ਵੱਲੋਂ ਲਗਾਏ ਦੋਸ਼ਾਂ ਤੋਂ ਉੱਤੇ ਜਾਂਚ ਕੀਤੀ ਜਾ ਰਹੀ ਹੈ, ਪਰ ਅਸੀਂ ਕਹਿੰਦੇ ਅਧਿਕਾਰਤ ਤੌਰ ਤੇ ਹਾਲੇ ਇਹ ਆਖ ਨਹੀਂ ਸਕਦੇ ਕਿ ਜਿਵੇਂ ਇੱਕ ਬੱਚੇ ਦਾ ਬਾਪ ਮ੍ਰਿਤਕ ਬੱਚੇ ਦਾ ਬਾਪ ਦੱਸ ਰਿਹਾ ਹੈ ਇਹ ਸਾਰਾ ਕੁਝ ਇੰਝ ਹੀ ਹੋਇਆ ਹੋਊਗਾ। ਤੇ ਦੂਸਰੇ ਪਾਸੇ ਜ਼ਿਲ੍ਹਾ ਸਿੱਖਿਆ ਅਫਸਰ ਅਸ਼ੋਕ ਕੁਮਾਰ ਨੇ ਵੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ। ਫਿਰ ਵੀ ਪਤਾ ਲੱਗਾ ਕਿ ਬੱਚੇ ਦੀ ਮੌਤ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਬਹੁਤ ਸੀ। ਪੁਲਿਸ ਤੇ ਪਥਰਾਅ ਵੀ ਕੀਤਾ ਗਿਆ। ਪੁਲਿਸ ਨੇ ਫਿਰ ਲੋਕਾਂ ਨੂੰ ਤਿੱਤਰ ਬਿੱਤਰ ਕਰਦੇ ਵਾਸਤੇ ਕਹਿੰਦੇ ਲਾਠੀ ਚਾਰਜ ਵੀ ਕੀਤਾ। ਇੰਨਾ ਕੁ ਰੌਲਾ ਰੱਪਾ ਪਿਆ ਕਿ ਮ੍ਰਿਤਕ ਵਿਦਿਆਰਥੀ ਦੇ ਮਾਮੇ ਸਮੇਤ ਅੱਧੀ ਦਰਜਨ ਤੋਂ ਵੱਧ ਲੋਕ ਇਸ ਰੌਲੇ ਰੱਪੇ ਵਿੱਚ ਜ਼ਖਮੀ ਵੀ ਹੋਏ ਨੇ। ਤੇ ਪ੍ਰਦਰਸ਼ਨਕਾਰੀ ਨੇ ਫਿਰ ਰਸਤੇ ਦੇ ਵਿੱਚ ਗੱਡੀਆਂ ਖੜੀਆਂ ਕਰ ਦਿੱਤੀਆਂ ਤੇ ਰਸਤੇ ਸਾਰੇ ਬਲੌਕ ਕਰ ਦਿੱਤੇ, ਜਿਸ ਦਾ ਖਮਿਆਜ਼ਾ ਜ਼ਖਮੀਆਂ ਨੂੰ ਇਹ ਭੁਗਤਣਾ ਪਿਆ ਕਿਉਂਕਿ ਉਹਨੂੰ ਹਸਪਤਾਲ ਲਿਜਾਣ ਦੇ ਵਿੱਚ ਫਿਰ ਮੁਸ਼ਕਲਾਂ ਪੇਸ਼ ਆਈਆਂ। ਇਹਦੇ ਤੋਂ ਬਾਅਦ ਕਿ ਮਾਮਲਾ ਹੋਰ ਤੂਲ ਨਾ ਫੜ ਜਾਵੇ, ਕਿਉਂਕਿ ਰਾਜਸਥਾਨ ਦੀ ਸਿਆਸਤ 'ਚ ਹੜਕੰਪ ਆ ਗਿਆ। ਇੱਥੋਂ ਤੱਕ ਕਿ ਰਾਹੁਲ ਗਾਂਧੀ ਹੋਰਾਂ ਨੇ ਟਵੀਟ ਤੱਕ ਕਰ ਦਿੱਤੇ ਹੈ ਤੇ ਰਾਜਸਥਾਨ ਦੇ ਕੁਝ ਸਾਬਕਾ ਮੰਤਰੀ, ਸਾਬਕਾ ਉਪ ਮੁੱਖ ਮੰਤਰੀ, ਮੰਤਰੀ ਇਹ ਸਾਰੇ ਦੇ ਸਾਰੇ ਇਸ ਮਸਲੇ ਦੇ ਵਿੱਚ ਹੁਣ ਜੰਪ ਕਰ ਗਏ, ਕੁੱਦ ਗਏ ਹੈ। ਇਸੇ ਕਰਕੇ ਪ੍ਰਸ਼ਾਸਨ ਨੇ ਇਸ ਇਲਾਕੇ ਦੇ ਵਿੱਚ ਇੰਟਰਨੈਟ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਨੇ। ਦੋਸ਼ੀ ਅਧਿਆਪਕ ਅਤੇ ਮ੍ਰਿਤਕ ਬੱਚੇ ਦੇ ਬਾਪ ਦੇ ਦਰਮਿਆਨ ਇੱਕ ਹੋਈ ਗੱਲਬਾਤ ਵੀ ਸਾਹਮਣੇ ਆ ਗਈ ਹੈ। ਉਸ ਗੱਲਬਾਤ ਵਿੱਚ ਸੁਣਿਆ ਜਾ ਸਕਦਾ ਕਿ ਬੱਚੇ ਦਾ ਪਿਤਾ ਪੁੱਛਦਾ ਉਸ ਅਧਿਆਪਕ ਨੂੰ ਕਿ ਅਧਿਆਪਕ ਜੀ ਤੁਸੀਂ ਬੱਚੇ ਦੇ ਥੱਪੜ ਜ਼ਿਆਦਾ ਹੀ ਮਾਰ ਦਿੱਤੇ। ਅੱਗਿਓਂ ਟੀਚਰ ਕਹਿੰਦਾ ਮੈਨੂੰ ਧਿਆਨ ਨਹੀਂ ਰਿਹਾ, ਬੱਚੇ ਨੇ ਜ਼ਿਆਦਾ ਮਸਤੀ ਕੀਤੀ ਸੀ, ਥੋੜਾ ਵੱਧ ਕਿਹਾ ਗਿਆ ਹੋਣਾ। ਬੱਚੇ ਦਾ ਬਾਪ ਕਹਿੰਦਾ ਹੈ ਕਹੋ ਤਾਂ ਜੋ ਮਰਜ਼ੀ, ਪਰ ਸੱਟ ਬੱਚੇ ਨੂੰ ਮੇਰੇ ਨੂੰ ਜ਼ਿਆਦਾ ਲੱਗ ਗਈ। ਅਧਿਆਪਕ ਅੱਗਿਓਂ ਆਖਦਾ ਮੈਂ ਦੱਸੋ ਕੀ ਕਰਾਂ, ਇਲਾਜ ਕਰਵਾ ਸਕਦਾ ਮੈਂ ਹੁਣ ਉਹਦਾ। ਤੇ ਫਿਰ ਅੱਗਿਓਂ ਫਿਰ ਮ੍ਰਿਤਕ ਬੱਚੇ ਦਾ ਬਾਪ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਇਲਾਜ ਦੀ ਗੱਲ ਨਹੀਂ, ਬੱਚੇ ਦਾ ਇੱਕ ਹੱਥ ਤੇ ਇੱਕ ਪੈਰ ਵੀ ਇਸ ਵਕਤ ਕੰਮ ਨਹੀਂ ਕਰ ਰਿਹਾ। ਕਹਿੰਦੇ ਮਹਾਦੇਵ ਦੀ ਸਹੁੰ ਬੱਚਾ ਬੋਲ ਵੀ ਨਹੀਂ ਰਿਹਾ। ਅਧਿਆਪਕ ਫਿਰ ਕਹਿੰਦਾ ਮੇਰੀ ਗਲਤੀ ਹੈ, ਮੈਂ ਮੰਨਣ ਲਈ ਤਿਆਰ ਹਾਂ, ਪਰ ਮੈਂ ਇਹ ਸਾਰਾ ਕੁਝ ਜਾਣ ਬੁੱਝ ਕੇ ਨਹੀਂ ਕੀਤਾ। ਬੱਚੇ ਦਾ ਬਾਪ ਫਿਰ ਕਹਿੰਦਾ ਹੈ ਕਿ ਥੱਪੜ ਮਾਰਨ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ, ਤੁਸੀਂ ਡੰਡੇ ਨਾਲ ਕੁੱਟ ਸਕਦੇ ਸੀ। ਨਾਲੇ ਉਹ ਕਹਿੰਦੇ ਡਾਕਟਰ ਦੱਸ ਰਿਹਾ ਹੈ ਕਿ ਬੱਚੇ ਦੇ ਸਿਰ ਦੀ ਕੋਈ ਨਾੜ ਬਲੌਕ ਹੋ ਗਈ ਹੈ। ਅਧਿਆਪਕ ਫਿਰ ਕਹਿੰਦਾ ਹੈ ਕਿ ਮੈਂ ਇੰਨੀ ਜ਼ੋਰ ਨਾਲ ਨਹੀਂ ਉਸ ਨੂੰ ਮਾਰਿਆ, ਤੁਹਾਡਾ ਬੱਚਾ ਪਹਿਲਾਂ ਤੋਂ ਬਿਮਾਰ ਹੋਣਾ ਹੈ। ਫਿਰ ਉਸੇ ਆਡੀਓ ਕਾਲ ਵਿੱਚ ਸੁਣਿਆ ਜਾ ਸਕਦਾ ਹੈ ਪਿਤਾ ਫਿਰ ਕਹਿੰਦਾ ਕਿ ਬੱਚਾ ਬਿਮਾਰ ਨਹੀਂ ਸੀ ਜੀ, ਪਿਛਲੇ 3 ਸਾਲਾਂ ਤੋਂ ਤੁਹਾਡੇ ਕੋਲ ਤਾਂ ਪੜ੍ਹਨ ਆ ਰਿਹਾ। ਅਧਿਆਪਕ ਮੰਨਦਾ ਕਿ ਬਿਲਕੁਲ ਆਉਂਦਾ ਸੀ। ਬੱਚੇ ਦਾ ਪਿਤਾ ਫਿਰ ਆਖਦਾ ਕਿ ਜੇ ਤੁਸੀਂ ਇੰਜ ਕਰੋਗੇ ਤਾਂ ਦੱਸੋ ਕਿ ਕਿਵੇਂ ਚੱਲੂਗਾ। ਇੱਥੋਂ ਤੱਕ ਵੀ ਉਹ ਕਹਿੰਦਾ ਮਜਬੂਰ ਬਾਪ ਕਿ ਹੁਣ ਤੱਕ ਮੈਂ 50-60 ਹਜ਼ਾਰ ਰੁਪਏ ਦੇ ਹੇਠ ਆ ਚੁੱਕਿਆ, ਭਗਵਾਨ ਦੀ ਸਹੁੰ ਮੈਂ ਝੂਠ ਨਹੀਂ ਬੋਲਦਾ। ਅਧਿਆਪਕ ਫਿਰ ਅੱਗਿਓਂ ਕਹਿੰਦਾ ਮੈਂ ਖਰਚਾ ਦੇਣ ਵਾਸਤੇ ਤਿਆਰ ਹਾਂ, ਪਰ ਸੱਚ ਜਾਣਿਓ ਮੈਂ ਬੱਚੇ ਨੂੰ ਇੰਨੇ ਜ਼ੋਰ ਨਾਲ ਨਹੀਂ ਸੀ ਮਾਰਿਆ ਕਿ ਉਹਨੂੰ ਦਰਦ ਹੋਵੇ, ਮੈਂ ਝਿੜਕਿਆ ਜ਼ਰੂਰ ਸੀ। ਹੁਣ ਇਹ ਆਡੀਓ ਵੀ ਸਾਹਮਣੇ ਆ ਗਈ ਹੈ।
ਉਹਦੇ ਵਿੱਚ ਅਧਿਆਪਕ ਗਲਤੀ ਵੀ ਮੰਨਦਾ ਹੈ, ਅਧਿਆਪਕ ਗ੍ਰਿਫਤਾਰ ਵੀ ਕਰ ਲਿਆ ਤੇ ਇਹਦੀ ਜਾਂਚ ਚੱਲ ਰਹੀ ਹੈ। ਵੇਖਦੇ ਹਾਂ ਕਿ ਇਸ ਬੱਚੇ ਦੀ ਮੌਤ ਤੋਂ ਬਾਅਦ ਇਹ ਮਸਲਾ ਹੋਰ ਕਿੰਨੀ ਕੁ ਤੂਲ ਫੜਦਾ, ਪਰ ਸੱਚਮੁੱਚ ਘਟਨਾ ਬਹੁਤ ਦੁਖਦਾਇਕ ਹੈ। ਅਗਲੀ ਖਬਰ ਤੁਸੀਂ ਦੇਖੋ ਕਿ ਜੇਕਰ ਸਾਡੀ ਕਿਸੇ ਨਾਲ ਨਿਭਦੀ ਨਹੀਂ, ਆਪਾਂ ਬੜੀ ਵਾਰੀ ਆਖਿਆ ਕਿ ਭਾਈ ਉਹ ਤੋਂ ਪਾਸੇ ਹੋ ਜਾਓ, ਕਿਸ ਦੀ ਜਾਨ ਲੈਣ ਦਾ ਕਿਸੇ ਨੂੰ ਕੋਈ ਹੱਕ ਨਹੀਂ। ਬੀਤੇ ਦਿਨੀ ਨਿਊਯਾਰਕ ਦੇ ਵਿੱਚ ਇੱਕ ਪੰਜਾਬਣ ਮੁਟਿਆਰ ਨੇ ਖੁਦਕੁਸ਼ੀ ਕੀਤੀ ਸੀ, ਆਪਾਂ ਉਸ ਵਕਤ ਵੀ ਇਹ ਗੱਲ ਆਖੀ ਸੀ। ਪਰ ਆਹ ਜਿਹੜੀ ਘਟਨਾ ਇਹ ਕਰਨਾਟਕ ਤੋਂ ਸਾਹਮਣੇ ਆਈ ਹੈ, ਬੜੀ ਸਨਸਨੀਖੇਜ ਘਟਨਾ ਹੈ। ਕਰਨਾਟਕ ਚ ਪੈਂਦਾ ਹਾਸਨ ਜ਼ਿਲ੍ਹਾ। ਹਾਸਨ ਜ਼ਿਲ੍ਹੇ ਦੇ ਵਿੱਚ ਕੱਲ ਇੱਕ ਵਿਅਕਤੀ ਨੇ ਉੱਥੋਂ ਦੀ ਸਥਾਨਕ ਅਦਾਲਤ ਦੇ ਅਹਾਤੇ ਦੇ ਵਿੱਚ ਆਪਣੀ ਪਤਨੀ ਦਾ ਸਿਰ ਕਲਮ ਕਰ ਦਿੱਤਾ, ਗਲਾ ਵੱਢ ਦਿੱਤਾ। ਇੰਨਾ ਹੀ ਨਹੀਂ, ਉਸ ਵਿਅਕਤੀ ਨੇ ਬੱਚਾ ਜਿਹੜਾ ਨਾਲ ਸੀ ਉਹਦੇ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੋਈ ਬੱਚੇ ਨੂੰ ਨੁਕਸਾਨ ਪਹੁੰਚਾਉਂਦਾ, ਜਿਹੜੇ ਆਲੇ ਦੁਆਲੇ ਅਦਾਲਤ ਵਿੱਚ ਲੋਕ ਮੌਜੂਦ ਸਨ ਉਹਨਾਂ ਨੇ ਬੱਚੇ ਨੂੰ ਬਚਾ ਲਿਆ। ਇਹ ਘਟਨਾ ਹੋਲੇ ਨਾਰਸੀਪੁਰਾ ਟਾਊਨ ਅਦਾਲਤ ਕੰਪਲੈਕਸ ਵਿੱਚ ਵਾਪਰੀ ਦੱਸੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਔਰਤ ਦੀ ਪਛਾਣ ਬਿਟੇਕੇਰੇ ਪਿੰਡ ਦੀ ਚੈਤਰਾ ਦੇ ਵਜੋਂ ਹੋਈ ਹੈ। ਦੋਸ਼ੀ ਦਾ ਨਾਮ ਸ਼ਿਵ ਕੁਮਾਰ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਦੋਵਾਂ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ। ਮੀਆਂ ਬੀਵੀ ਦੇ ਵਿਚਕਾਰ ਅੱਜਕੱਲ ਅਣਬਣ ਰਹਿੰਦੀ ਸੀ, ਲੜਾਈ ਝਗੜਾ ਰਹਿੰਦਾ ਸੀ। ਅਦਾਲਤ ਦੇ ਵਿੱਚ ਉਹਨਾਂ ਨੇ ਤਲਾਕ ਵਾਸਤੇ ਕੇਸ ਦਾਇਰ ਕੀਤਾ ਹੋਇਆ ਸੀ। ਜਾਣਕਾਰੀ ਅਨੁਸਾਰ ਇਸ ਜੋੜੇ ਨੂੰ ਸਮਝੌਤੇ ਦੇ ਵਾਸਤੇ ਅਦਾਲਤ ਦੇ ਵਿੱਚ ਸੱਦਿਆ ਗਿਆ ਸੀ। ਇੰਨਾ ਹੀ ਨਹੀਂ, ਜਦੋਂ 1 ਘੰਟਾ ਉਹਨਾਂ ਦੀ ਕਲਾਸ ਲਾਈ ਗਈ, ਕਾਉਂਸਲਿੰਗ ਕੀਤੀ ਗਈ, ਤਾਂ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਸ਼ਿਵ ਕੁਮਾਰ ਨੇ ਅਦਾਲਤ ਵਿੱਚ ਭਰੋਸਾ ਦਿੱਤਾ ਕਿ ਉਹ ਜੱਜ ਅਤੇ ਵਕੀਲ ਸਾਹਿਬ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਹਨਾਂ ਦੇ 2 ਬੱਚਿਆਂ ਦੀ ਖਾਤਰ ਪਤਨੀ ਨਾਲ ਪੈਦਾ ਹੋਏ ਮਤਭੇਦਾਂ ਨੂੰ ਸੁਲਝਾ ਲਵੇਗਾ, ਸਮਝੌਤਾ ਕਰ ਲਵੇਗਾ, ਸਹਿਮਤੀ ਪ੍ਰਗਟਾਉਣਾ, ਅਸੀਂ ਇਕੱਠੇ ਰਹਿ ਲਵਾਂਗੇ। ਇਹ ਸਾਰਾ ਕੁਝ ਹੋਣ ਤੋਂ ਬਾਅਦ, ਸਮਝੌਤਾ ਹੋਣ ਤੋਂ ਬਾਅਦ ਦੋਸ਼ੀ ਆਪਣੀ ਪਤਨੀ ਦੇ ਪਿੱਛੇ ਪਿੱਛੇ ਬਾਥਰੂਮ ਵੱਲ ਗਿਆ ਤੇ ਬਾਥਰੂਮ ਦੇ ਐਨ ਬਿਲਕੁਲ ਨੇੜੇ ਜਾ ਕੇ ਤੇਜ਼ਧਾਰ ਹਥਿਆਰ ਕੱਢਿਆ ਤੇ ਆਪਣੀ ਪਤਨੀ ਦੇ ਗਲ ਤੇ ਵਾਰ ਕਰ ਦਿੱਤਾ, ਤੁਸੀਂ ਗਰਦਨ ਵੱਢ ਦਿੱਤੀ। ਤੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਨਾਲ ਬੱਚਾ ਸੀ, ਬੱਚੇ ਨੂੰ ਵੀ ਉਹਨੇ ਕੁੱਟਣ ਦੀ, ਮਾਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਬਚਾ ਲਿਆ। ਇਹਦੇ ਤੋਂ ਬਾਅਦ ਕਹਿੰਦੇ ਸ਼ਿਵ ਕੁਮਾਰ ਨੇ ਮੌਕੇ ਤੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ ਤੇ ਬਾਅਦ ਦੇ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਜ਼ਖਮੀ ਔਰਤ ਨੂੰ ਤੁਰੰਤ ਹਸਪਤਾਲ ਵੀ ਭਰਤੀ ਕਰਵਾਇਆ ਗਿਆ, ਫਿਰ ਉਸ ਨੂੰ ਜ਼ਿਲ੍ਹਾ ਹਸਪਤਾਲ ਵੀ ਰੈਫਰ ਕੀਤਾ ਗਿਆ, ਪਰ ਜ਼ਖਮ ਬਹੁਤ ਡੂੰਘੇ ਸੀ। ਇਹਦੇ ਨਾਲ ਹੀ ਖੂਨ ਜ਼ਿਆਦਾ ਵਹਿ ਗਿਆ ਸੀ ਤੇ ਉਹਦੀ ਮੌਤ ਹੋ ਗਈ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਦਾਲਤ ਦੇ ਅੰਦਰ ਕੋਈ ਵਿਅਕਤੀ ਕਿਵੇਂ ਤੇਜ਼ਧਾਰ ਹਥਿਆਰ ਲੈ ਗਿਆ? ਕੀ ਸੱਚਮੁੱਚ ਉਹਦਾ ਇਰਾਦਾ ਪਹਿਲਾਂ ਹੀ ਇਹ ਕਰਨ ਦਾ ਸੀ? ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇਹ ਵਿਅਕਤੀ ਪਹਿਲਾਂ ਹੀ ਦਿਲ ਵਿੱਚ ਇਹ ਧਾਰ ਕੇ ਆਇਆ ਸੀ ਕਿ ਭਾਵੇਂ ਚੱਲਿਆ ਤਾਂ ਮੈਂ ਅੱਜ ਸਲਾਹ ਮਸ਼ਵਰੇ ਵਾਸਤੇ ਆ, ਕਿਉਂਕਿ ਕਾਉਂਸਲਿੰਗ ਕੀਤੀ ਜਾਣੀ ਹੈ। ਦੱਸਿਆ ਗਿਆ ਸੀ ਕਿ ਅਦਾਲਤ ਭਾਈ ਤੁਹਾਨੂੰ ਮੌਕਾ ਦਿੰਦੀ ਆ, ਹਾਲੇ ਵੀ ਸੁਧਰ ਜੋ, ਹਾਲੇ ਵੀ ਸੰਭਲ ਜੋ, ਆਹ 2 ਬੱਚਿਆਂ ਦਾ ਕਸੂਰ ਕੋਈ ਨਹੀਂ। ਪਰ ਉਹਦਾ ਆਪਣੇ ਕੋਲ ਹਥਿਆਰ ਰੱਖਣਾ, ਅਦਾਲਤ ਦੇ ਅੰਦਰ ਹਥਿਆਰ ਲੈ ਕੇ ਜਾਣਾ, ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਕੀ ਕਿਸੇ ਨੇ ਕੋਈ ਤਲਾਸ਼ੀ ਨਹੀਂ ਲਈ? ਕੀ ਹਥਿਆਰ ਉਹ ਲਿਜਾ ਸਕਦਾ ਸੀ? ਸੱਚਮੁੱਚ ਬਹੁਤ ਸਾਰੇ ਸਵਾਲ ਨੇ, ਪਰ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਇਹਦੇ ਉੱਤੇ ਅਫਸੋਸ ਪ੍ਰਗਟਾਇਆ ਜਾ ਸਕਦਾ ਹੈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।